ਮੈਂ ਇੱਕ ਅਨਾਥ ਆਸ਼ਰਮ ਵਿੱਚ ਕੰਮ ਕਰਦੀ ਸੀ ਜਿੱਥੇ ਮੇਰੀ ਇੱਕ ਕੁੜੀ ਨਾਲ ਦੋਸਤੀ ਹੋ ਗਈ। ਉਹ ਮੈਨੂੰ ਰੋਜ਼ ਕਹਿੰਦੀ ਕਿ ਦੀਦੀ ਤੁਸੀਂ ਮੇਰੀ ਥਾਂ ਸੋ ਜਾਵੋ, ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਮੈਂ ਸੋਚਿਆ ਸ਼ਾਇਦ ਉਸ ਨੂੰ ਆਪਣਾ ਬਿਸਤਰ ਪਸੰਦ ਨਹੀਂ ਸੀ। ਮੈਂ ਉਸ ਦਾ ਬਿਸਤਰ ਬਦਲਿਆ ਪਰ ਉਸਨੇ ਮੈਨੂੰ ਅਗਲੇ ਦਿਨ ਫਿਰ ਉਹੀ ਗੱਲ ਕਹੀ। ਇਸ ਵਾਰ ਮੈਂ ਉਸ ਦੀ ਗੱਲ ਮੰਨ ਲਈ ਤੇ ਮੈਂ ਉਸ ਦੀ ਜਗ੍ਹਾ 'ਤੇ ਸੋ ਗਈ। ਮੈਨੂੰ ਪਏ ਕਾਫੀ ਦੇਰ ਹੋ ਚੁੱਕੀ ਸੀ ਕਿ ਅਚਾਨਕ ਮੇਰਾ ਨਾਂ ਕੁਲਦੀਪ ਹੈ। ਮੇਰੀ ਉਮਰ 35 ਸਾਲ ਸੀ। ਇਸ ਸਮੇਂ ਮੈਂ ਆਪਣੀ ਮਾਂ ਨਾਲ ਆਪਣੇ ਘਰ ਸੀ। ਅਸੀਂ ਦੋਵੇਂ ਇੱਕ ਦੂਜੇ ਨਾਲ ਰਹਿੰਦੇ ਸੀ। ਇਸ ਸੰਸਾਰ ਵਿੱਚ ਸਾਡਾ ਹੋਰ ਕੋਈ ਸਹਾਰਾ ਨਹੀਂ ਸੀ। ਮੇਰੇ ਪਤੀ ਦਾ ਕੁਝ ਪਹਿਲਾਂ ਦੇਹਾਂਤ ਹੋ ਗਿਆ ਸੀ। ਮੈਂ ਮਾਂ ਦੇ ਘਰ ਵਾਪਸ ਆ ਗਈ। ਬਚਪਨ ਵਿੱਚ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਵੀ ਮੈਨੂੰ ਇਕੱਲਿਆਂ ਹੀ ਪਾਲਿਆ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ। ਮੈਂ ਹੁਣ ਆਪਣੀ ਮਾਂ ਨਾਲ ਰਹਿਣਾ ਚਾਹੁੰਦੀ ਸੀ। ਹੁਣ ਉਸ ਲਈ ਕੁਝ ਕਰਨਾ ਮੇਰਾ ਫਰਜ਼ ਸੀ। ਮੇਰੀ ਮਾਂ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਸੀ ਤੇ ਰੋਜੀ ਰੋਟੀ ਕਮਾਉਂਦੀ ਸੀ। ਮੈਨੂੰ ਮੇਰੀ ਇੱਕ ਸਹੇਲੀ ਨੇ ਦੱਸਿਆ ਕਿ ਅਨਾਥ ਆਸ਼ਰਮ ਵਿੱਚ ਇੱਕ ਔਰਤ ਦੀ ਲੋੜ ਹੈ। ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਉੱਥੇ ਕੀ ਕਰਨਾ ਹੈ ਤਾਂ ਉਸਨੇ ਮੈਨੂੰ ਦੱਸਿਆ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੀ ਹੈ। ਜਦੋਂ ਕਿਸੇ ਨੇ ਇਸ ਨੌਕਰੀ ਬਾਰੇ ਦੱਸਿਆ ਤਾਂ ਉਸਨੇ ਸੋਚਿਆ ਕਿ ਮੈਨੂੰ ਦੱਸ ਦੇਵੇ ਤਾਂ ਸ਼ਾਇਦ ਮੇਰਾ ਕੰਮ ਹੋ ਜਾਵੇ। ਉਸਨੇ ਮੈਨੂੰ ਕਿਹਾ ਕਿ ਮੈਂ ਖੁਦ ਉੱਥੇ ਜਾ ਕੇ ਗੱਲ ਕਰਾਂ। ਮੈਂ ਉਸ ਤੋਂ ਪਤਾ ਲੈ ਲਿਆ ਤੇ ਅਗਲੇ ਦਿਨ ਮੈਂ ਮਾਂ ਨੂੰ ਦੱਸ ਕੇ ਅਨਾਥ ਆਸ਼ਰਮ ਚਲੀ ਗਈ। ਜਦੋਂ ਮੈਂ ਉੱਥੇ ਪਹੁੰਚੀ ਤਾਂ ਇੱਕ ਘਰ ਵਰਗਾ ਗੇਟ ਸੀ। ਗੇਟ ਦੇ ਅੰਦਰ ਜਾ ਕੇ ਦੇਖਿਆ ਤਾਂ ਗਰਾਊਂਡ ਵਿੱਚ ਬੱਚੇ ਖੇਡ ਰਹੇ ਸਨ। ਕੁਝ ਬੱਚੇ ਅਪਾਹਜ ਵੀ ਸਨ। ਉਹ ਘਰ ਅੰਦਰੋਂ ਬਹੁਤ ਵੱਡਾ ਸੀ। ਇਸ ਵਿੱਚ ਬਹੁਤ ਸਾਰੇ ਕਮਰੇ ਸਨ। ਇੱਕ ਛੋਟਾ ਕਮਰਾ ਬਣਾਇਆ ਗਿਆ ਸੀ ਜਿੱਥੇ ਚੌਕੀਦਾਰ ਰਹਿੰਦਾ ਸੀ। ਮੈਂ ਬੱਚੇ ਨੂੰ ਦਫ਼ਤਰ ਦਾ ਪਤਾ ਪੁੱਛਿਆ ਤਾਂ ਉੱਥੇ ਮੈਡਮ ਨੇ ਕਿਹਾ ਕਿ ਕੰਮ ਕਰਨ ਲਈ ਮੈਨੂੰ ਇੱਥੇ ਹੀ ਰਹਿਣਾ ਪਵੇਗਾ। ਮੈਂ ਘਰ ਵਿੱਚ ਇਕੱਲੀ ਮਾਂ ਬਾਰੇ ਸੋਚ ਰਹੀ ਸੀ। ਉਸ ਦੀ ਸਿਹਤ ਵੀ ਠੀਕ ਨਹੀਂ ਹੈ। ਮੈਂ ਮੈਡਮ ਨੂੰ ਕਿਹਾ ਕਿ ਮੈਂ ਰੋਜ਼ ਨਹੀਂ ਆ ਸਕਦੀ। ਇਸ ਲਈ ਉਹਨੂੰ ਦੱਸਿਆ ਕਿ ਬੱਚੇ ਇੱਥੇ ਹੀ ਹਨ, ਉਹਨਾਂ ਦੀ ਹਰ ਸਮੇਂ ਦੇਖਭਾਲ ਕਰਨੀ ਪੈਂਦੀ ਹੈ, ਇਸ ਲਈ ਇੱਥੇ ਰਹਿਣਾ ਜ਼ਰੂਰੀ ਹੈ। ਤੇਰੇ ਤੋਂ ਇਲਾਵਾ 2-3 ਹੋਰ ਕੁੜੀਆਂ ਹਨ ਪਰ ਉਹ ਹੋਰ ਕੰਮ ਤੇ ਹਨ। ਮੈਂ ਮੈਡਮ ਨੂੰ ਪੁੱਛਿਆ ਕੀ ਕੰਮ ਕਰਨਾ ਹੈ ਤਾਂ ਮੈਡਮ ਨੇ ਕਿਹਾ ਤੇਰੀ ਬੱਚਿਆਂ ਦੇ ਪੇਟ ਭਰਨ ਦੀ ਜ਼ਿੰਮੇਵਾਰੀ ਹੋਵੇਗੀ ਤੇ ਤੁਹਾਨੂੰ ਬੱਚਿਆਂ ਦੀ ਦੇਖਭਾਲ ਕਰਨੀ ਪਏਗੀ। ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਕੁਝ ਗੱਲਾਂ ਕਰਕੇ ਫਿਰ ਮੈਂ ਉੱਥੋਂ ਉੱਠ ਕੇ ਆਪਣੇ ਘਰ ਆ ਗਈ। ਮੈਨੂੰ ਉੱਥੇ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਸੀ ਪਰ ਮੈਨੂੰ ਮੇਰੀ ਮਾਂ ਦੀ ਚਿੰਤਾ ਸੀ। ਜਦੋਂ ਮੈਂ ਘਰ ਆਈ ਤਾਂ ਮਾਂ ਨੇ ਮੈਨੂੰ ਪੁੱਛਿਆ ਕੀ ਹੋਇਆ, ਤੂੰ ਨੌਕਰੀ ਲਈ ਗਈ ਸੀ, ਨੌਕਰੀ ਮਿਲ ਗਈ ਜਾਂ ਨਹੀਂ। ਮੈਂ ਮਾਂ ਨੂੰ ਸਭ ਕੁਝ ਦੱਸਿਆ। ਮਾਂ ਨੇ ਕਿਹਾ ਜੇਕਰ ਤੈਨੂੰ ਨੌਕਰੀ ਪਸੰਦ ਹੈ ਤੇ ਪੈਸਾ ਸਹੀ ਮਿਲ ਰਿਹਾ ਹੈ ਤਾਂ ਤੂੰ ਇਹ ਕੰਮ ਕਰ, ਮੇਰੀ ਚਿੰਤਾ ਨਾ ਕਰ। ਮੈਂ ਅਗਲੇ ਦਿਨ ਅਨਾਥ ਆਸ਼ਰਮ ਪਹੁੰਚ ਗਈ। ਮੈਂ ਆਪਣਾ ਬੈਗ ਕਮਰੇ ਵਿੱਚ ਰੱਖਿਆ। ਉਸ ਸਮੇਂ ਕਮਰੇ ਵਿੱਚ ਕੋਈ ਨਹੀਂ ਸੀ। ਮੈਂ ਥੋੜੀ ਦੇਰ ਆਰਾਮ ਕੀਤਾ ਫਿਰ ਬਾਹਰ ਆ ਗਈ। ਬਾਹਰ ਮੈਂ ਉਹਨਾਂ ਕੁੜੀਆਂ ਨੂੰ ਮਿਲੀ ਜੋ ਇੱਥੇ ਕੰਮ ਕਰਦੀਆਂ ਸਨ, ਜਿਨ੍ਹਾਂ ਵਿੱਚ ਇੱਕ ਦਾ ਨਾਮ ਸੀਮਾ ਤੇ ਦੂਜੀ ਦਾ ਨਾਮ ਵੀਨਾ ਸੀ। ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ। ਉਹਨਾਂ ਨੇ ਮੈਨੂੰ ਆਪਣੇ ਬਾਰੇ ਦੱਸਿਆ। ਅਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨਾਲ ਖੇਡਣ ਲੱਗੇ। ਉੱਥੇ ਇੱਕ ਕਮਰਾ ਸੀ ਜਿਸ ਵਿੱਚ ਬੱਚੇ ਖਾਣਾ ਖਾਂਦੇ ਸੀ। ਅਸੀਂ ਬੱਚਿਆਂ ਨੂੰ ਉਸ ਕਮਰੇ ਵਿੱਚ ਲੈ ਗਏ। ਉੱਥੇ ਇੱਕ ਆਦਮੀ ਖਾਣਾ ਬਣਾਉਣ ਲਈ ਆਉਂਦਾ ਸੀ ਤੇ ਖਾਣਾ ਪਕਾਉਣ ਤੋਂ ਬਾਅਦ ਚਲਾ ਜਾਂਦਾ ਸੀ। ਮੇਰਾ ਇੱਥੇ ਚੰਗਾ ਸਮਾਂ ਪਾਸ ਹੁੰਦਾ ਸੀ। ਬੱਚੇ ਸਾਰਾ ਦਿਨ ਖੇਡ ਵਿੱਚ ਮਗਨ ਰਹਿੰਦੇ ਸਨ। ਇੱਥੇ ਹਰ ਦਿਨ ਕੋਈ ਨਾ ਕੋਈ ਬੱਚਾ ਗੋਦ ਲੈਣ ਆਉਂਦਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਬੱਚੇ ਨੂੰ ਪਰਿਵਾਰ ਵਾਲੇ ਲੈਣ ਆਉਂਦੇ ਸੀ ਤੇ ਮੈਡਮ ਉਹਨਾਂ ਨੂੰ ਬੱਚਾ ਵੀ ਦਿੰਦੀ ਸੀ। ਇੱਥੇ ਅਨਾਥ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਬਹੁਤ ਸਾਰੇ ਲੋਕ ਆਉਂਦੇ ਸਨ। ਇਹ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਇੱਕ ਦਿਨ ਇੱਕ ਛੋਟੀ ਕੁੜੀ ਜੋ 13 ਜਾਂ 15 ਸਾਲ ਦੀ ਹੋਵੇਗੀ, ਜਦੋਂ ਉਹ ਇੱਥੇ ਆਈ ਸੀ ਉਦੋਂ ਤੋਂ ਉਸ ਦਾ ਹੱਥ ਖਰਾਬ ਸੀ। ਉਹ ਡਰਦੀ ਰਹਿੰਦੀ ਸੀ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ। ਉਸ ਨੇ ਖਾਣਾ ਵੀ ਠੀਕ ਤਰ੍ਹਾਂ ਨਹੀਂ ਖਾਧਾ। ਮੈਂ ਉਸ ਨੂੰ ਪੁੱਛਿਆ ਕਿ ਉਹ ਕਿਸੇ ਨਾਲ ਗੱਲ ਕਿਉਂ ਨਹੀਂ ਕਰਦੀ। ਮੈਂ ਹਰ ਰੋਜ਼ ਉਸ ਨਾਲ ਗੱਲਾਂ ਕਰਦੀ ਸੀ। ਉਹ ਥੋੜੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਉਹ ਅਕਸਰ ਮੇਰੇ ਕੋਲ ਹੀ ਰਹਿੰਦੀ ਸੀ। ਮੈਂ ਉਹਨਾਂ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਸੀ। ਮੇਰੀ ਉਸ ਕੁੜੀ ਨਾਲ ਚੰਗੀ ਦੋਸਤੀ ਹੋ ਗਈ। ਉਹ ਕੁੜੀ ਬੜੀ ਘਬਰਾਈ ਹੋਈ ਸੀ। ਮੇਰੇ ਕੋਲ ਆਈ ਤੇ ਬੋਲੀ ਦੀਦੀ ਤੁਸੀਂ ਮੇਰੀ ਜਗ੍ਹਾ 'ਤੇ ਸੋ ਜਾਓ, ਮੈਨੂੰ ਬਹੁਤ ਤਕਲੀਫ ਹੁੰਦੀ ਹੈ।
मैं पूछा भी की परेशानी है। उसने मैनू जवाब नहीं दिता। मैनू बस इन्ना कहती रही कि दीदी तुसी मेरी थां ते सो जावो। मैं सोचा शायद कोई बच्चा होवेगा जो उसनू परेशान करता होवेगा। ठीक है, चिंता ना करो, मैं कुछ करांगी। मैं सीमा नू उस दी थां बदलण लई कहा। मैं जाके साडे कमरे विच बैठ गई। साडा कमरा बच्चियां दे कमरिਆਂ ਤੋਂ दूर सी। ਉੱਥੇ ਕੁੜੀਆਂ ਮੁੰਡਿਆਂ ਦੇ ਕਮਰੇ ਅਲੱਗ ਸਨ। अगली सवेर मैं उस कुड़ी नू पुछया कि तैनू हुण तां कोई परेशानी नहीं है, पर वो अज भी उदास सी ते फिर मैनू कहन लगी तुसी मेरी जगह ते सो जाओ, मैनू बहुत तकलीफ हुंदी है। मैं उसनू पुछया भी कि किस तरह की तकलीफ। वो कुछ कहन ही लगी सी कि मैडम उत्थे आ गई ते वो चुप कर गई। वो हर बार मैनू यही गल कहंदी सी पर मैं उसकी गल टाल दिंदी सी। फिर अगले दिन एतवार नू मैं अपनी माँ नू मिलण लई घर आ गई। मेरी माँ बहुत खुश सी, पर जदों मैं वापस आश्रम गई तो पता चलिया कि उस कुड़ी नू तां किसी ने गोद ले लिया है। मैं उस लिए खुश सी कि चलो वो हुण वधिया जिंदगी बतीत करेगी। पर इत्थे मैनू एक गल दी बहुत हैरानी हुंदी कि इत्थे रोज़ कई नवे बच्चे आउंदे ते रोज़ बहुत सारे बच्चों नू गोद लिया जांदा, जबकि ज़्यादातर लोग ਤਾਂ ਬੱਚਾ ਗੋਦ ਲੈਣ ਦੇ ਪੱਖ ਵਿੱਚ ਨਹੀਂ ਹੁੰਦੇ। ਮੈਂ ਜਾਣਨਾ ਚਾਹੁੰਦੀ ਸੀ ਕਿ ਮਸਲਾ ਕੀ ਹੈ। ਸਮਾਂ ਬੀਤਦਾ ਗਿਆ। ਇੱਕ ਦਿਨ ਇੱਕ 12 ਸਾਲ ਦੀ ਬੱਚੀ ਮੈਨੂੰ ਆ ਕੇ ਕਹਿਣ ਲੱਗੀ ਕਿ ਦੀਦੀ ਮੈਂ ਆਪਣੇ ਬਿਸਤਰੇ ਤੇ ਨਹੀਂ ਸੌਣਾ, ਮੈਨੂੰ ਦਰਦ ਹੁੰਦਾ ਹੈ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਇਹ ਗੱਲ ਮੈਨੂੰ ਉਹ ਪਹਿਲੀ ਕੁੜੀ ਵੀ ਕਹਿੰਦੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦਾ ਦਰਦ, ਤਾਂ ਉਹ ਕਹਿਣ ਲੱਗੀ ਕਿ ਜਿਵੇਂ ਕੋਈ ਇੰਜੈਕਸ਼ਨ ਲਗਾ ਰਿਹਾ ਹੋਵੇ। उस तो बाद उस नू कोई होश नहीं रहिंदा, तां सवेर वेले उसदे पूरे शरीर विच दर्द हुंदा है। मैं उस नू कहा कि फिकर ना कर, मैं कुछ करदी हाँ। मैं रात नू उस कुड़ी तो थोड़ी दूर ते पै गई। मैं इस बारे किसी नू कुछ ना दस्सिया। अद्धी रात नू 2 आदमी कमरे विच आए। उन्हां ने उस कुड़ी नू इंजैक्शन लगाया ते फिर चुक के बाहर वाले लै गए। मैं उन्हां दा पिछा कीता तां मैं बाहर देखिया कि वो कुछ देर मैडम कोल रुके। इसका मतलब तां साफ सी कि मैडम भी उन्हां नाल रली हुई सी। फिर वो उस कुड़ी नू अनाथ आश्रम तो बाहर किसी पुराने अजिहे घर विच लै गए। मैं खिड़की विचों दी देखिया तां एक आदमी खड़ा सी, दूजा उस कुड़ी नाल गलत। मैं तां सुन हो गई। मैनू समझ नहीं आ रहा सी मैं की करां। जे मैं उस वेले कुड़ी नू बचाउण दी कोशिश करदी तां शायद मैं अपने नाल उस कुड़ी दी जान भी खतरे विच पा दिंदी। इसलिए मैं बिना आवाज़ कीते उत्थों आ गई ते सीधा पुलिस स्टेशन पहुंच गई। मैं पुलिस नू सारी गल दसी तां ओह मेरे नाल आउण लई तैयार हो गए। पुलिस ने उन्हां 2 आदमियां नू रंगे हत्थी फड़ लिया ते उन्हां ने पुलिस दे डर तो सारा सच उगल दिता कि किस तरह मैडम नाल मिल के वो बच्चों का व्यापार करते हैं, उन्होंने विदेशों में वेच दिंदे हैं। इस तरह वो करोड़ों रुपए कमा रहे सन। बच्चों को कोई गोद लैन नहीं आंदा, सगों बच्चों को वेचण लई लिजाया जांदा सी। पुलिस ने मैडम नू भी गिरफ्तार कर लिया ते अदालत वालों उन्होंने सज़ा भी मिल गई सी। हुण अनाथ आश्रम की जिम्मेवारी मैनू मिल गई सी। मैं ते मेरी माँ उत्थे ही रहिंदियां ते बच्चियां दा पूरा ध्यान रखदियां। बच्चे तां रब दा रूप हुंदे हन, पर शायद कुछ लोकां कोल दिल नहीं हुंदा जो पैसों खातर इन्ना गिर जांदे हन। मैनू हमेशा उस पहली कुड़ी दी याद आउंदी रहिंदी। काश मैं उसकी तकलीफ वाल गौर करदी तां अज ये जालम लोग पहलां ही फड़े जांदे ते अज वो भी साडे नाल हुंदी। हुण पता नहीं वो किस हाल विच होवेगी। रब अगे अरदास करदी हाँ कि वो जिथे भी होवे ठीक होवे। सो दोस्तों ये सी अज दी कहानी किवें दी लगी दसना जरूर ते इसे तरह दी होर वीडियोज़ देखण लई साडे चैनल नू जरूर सबसक्राइब करना। हुण मिलदी हाँ एक नवीं वीडियो दे नाल, तद तक लई धन्नवाद।